ਤੁਸੀਂ ਦੇਖੋ ਬੈਂਗਲੌਰ ਦੇ ਵਿੱਚ 70,000 ਸਟਾਰਟਅਪ ਹੈ ਔਰ ਆਪਣੇ ਪੰਜਾਬ 'ਚ ਆਪਾਂ ਦੇਖੀਏ ਤਾਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਆ ਔਰ ਜਿਹੜਾ ਹੁਣ ਟਾਈਮ ਹੈ ਉਹ ਸਟਾਰਟਅਪ ਦਾ ਟਾਈਮ ਹੈ ਔਰ ਸਾਨੂੰ ਇਹ ਪੂਰਾ ਇਹਦੇ ਤੇ ਐਫਰਟਸ ਕਰਨੇ ਚਾਹੀਦੇ ਆ ਸਟਾਰਟਅਪ ਨੂੰ ਪ੍ਰਮੋਟ ਕਰਨਾ ਚਾਹੀਦਾ ਬਹੁਤ ਸਾਰੀਆਂ ਇਦਾਂ ਦੀਆਂ ਐਗਜ਼ਾਮਪਲ ਹੈ ਜਿਹੜੀਆਂ ਸਰਵਿਸਿਜ਼ ਕਦੀ ਇੱਥੇ ਤੁਸੀਂ ਇਹ ਸਵਿਗੀ ਲੈ ਲਓ ਜਾਂ ਤੁਸੀਂ ਓਲਾ ਕੈਬਸ ਲੈ ਲਓ ਇਹ ਸਰਵਿਸਿਜ਼ ਕਦੀ ਐਗਜ਼ਿਸਟ ਨਹੀਂ ਸੀ ਕਰਦੀਆਂ ਅੱਜ ਤੋਂ 5 ਸਾਲ ਪਹਿਲਾਂ ਔਰ ਅੱਜ ਉਹ ਬੂਮਿੰਗ ਬਿਜ਼ਨਸ ਹੈ ਕੋਈ 100 ਦੇ ਕਰੀਬ ਸਟਾਰਟਅਪ ਇੱਥੇ ਤਿਆਰ ਕਰੀਏ ਔਰ ਤਾਂ ਕਿ ਜਿਹੜਾ ਜਿੱਦਾਂ ਕਿ ਬੈਂਗਲੌਰ ਨੂੰ ਕਿਹਾ ਜਾਂਦਾ ਵੀ ਇੱਥੇ 70,000 ਸਟਾਰਟਅਪ ਹੈ ਲੁਧਿਆਣੇ ਦਾ ਨਾਮ ਵੀ ਸਟਾਰਟਅਪ ਦੇ ਵਿੱਚ ਵਰਲਡ ਮੈਪ ਤੇ ਆਉਣਾ ਸ਼ੁਰੂ ਹੋ ਗਿਆ ਆਉਣ ਵਾਲੇ ਟਾਈਮ 'ਚ ਅਸੀਂ ਉਹਨਾਂ ਦਾ ਇੱਕ ਤਾਂ ਹੈਂਡ ਹੋਲਡਿੰਗ ਕਰਾਂਗੇ ਇੱਕ ਅਸੀਂ ਇਹ ਅਨਾਊਂਸ ਕੀਤਾ ਸੀ ਵੀ ਜੇ ਕਿਸੇ ਨੂੰ ਆਫਿਸ ਸਪੇਸ ਚਾਹੀਦੀ ਹੈ ਜਾਂ ਕਿਸੇ ਨੇ ਕੋਈ ਪ੍ਰੋਟੋਟਾਈਪ ਸੈਂਪਲ ਬਣਾਉਣਾ ਸੋ ਇਹ ਜਿੰਨੀਆਂ ਵੀ ਚੀਜ਼ਾਂ ਸੀ ਉੱਥੇ ਅਨਾਊਂਸ ਕੀਤੀਆਂ ਸੀ ਉਹਨਾਂ ਨੂੰ ਪੂਰਾ ਕਰਨ ਲਈ ਔਰ ਸਟਾਰਟਅਪ ਦਾ ਹੱਥ ਪਕੜਨ ਲਈ ਸੀਸੂ ਨੇ ਬੜਾ ਵਧੀਆ ਉਪਰਾਲਾ ਕੀਤਾ ਕਿ ਉਸ ਤੋਂ ਬਾਅਦ ਵੀ ਲੋਕਾਂ ਨੇ ਸਟਾਰਟਅਪਸ ਨੇ ਤੁਹਾਨੂੰ ਅਪਰੋਚ ਕੀਤਾ ਹੋਰ ਨਵੇਂ ਨੇ ਜਿਨ੍ਹਾਂ ਨੂੰ ਇਹ ਫੀਡਬੈਕ ਗਿਆ ਕਿ ਸੀਸੂ ਨੇ ਵਾਕਈ ਐਕਚੁਅਲ ਚਮਤਕਾਰ ਕਰਤਾ ਜਾਂ ਕੋਈ ਵਧੀਆ ਉਪਰਾਲਾ ਕਰਤਾ ਜਿਹੜਾ ਸਕੇਲੇਬਲ ਹੋਵੇ ਜਿਹਦੇ ਨਾਲ ਕਮਿਊਨਿਟੀ ਨੂੰ ਫਾਇਦਾ ਹੋਵੇ ਜਿਹਦੇ ਨਾਲ ਇੰਡਸਟਰੀ ਨੂੰ ਫਾਇਦਾ ਹੋਵੇ ਕੋਈ ਵੀ ਹੈ ਚਾਹੇ ਉਹ ਮਕੈਨੀਕਲ ਇੰਜੀਨੀਅਰਿੰਗ ਦਾ ਸਟਾਰਟਅਪ ਹੈ ਚਾਹੇ ਉਹ ਆਈਟੀ ਦਾ ਸਟਾਰਟਅਪ ਹੈ ਹਰ ਸਟਾਰਟਅਪ ਨੂੰ ਅਸੀਂ ਉਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਾਂਗੇ ਡਿਜੀਟਲ ਮਾਰਕੀਟਿੰਗ ਬੜਾ ਵੱਡਾ ਪਲੇਟਫਾਰਮ ਹੈ ਅੱਜ ਵੀ ਕੋਈ ਸਟਾਰਟਅਪਸ ਨੂੰ ਦੇਖੋ ਸਟਾਰਟਅਪ ਲਈ ਕੀ ਚਾਹੀਦਾ ਸਿਰਫ ਬ੍ਰੇਨ ਚਾਹੀਦਾ ਔਰ ਇੱਕ ਲੈਪਟਾਪ ਚਾਹੀਦਾ ਜੇ ਕੋਈ ਅਸੀਂ ਇੰਡਸਟਰੀ ਲਾਣੀ ਹੈ ਕੋਈ ਪ੍ਰੋਡਕਸ਼ਨ ਕਰਨੀ ਹੈ ਉਹਦੇ ਲਈ ਤੁਹਾਨੂੰ ਮਸ਼ੀਨਾਂ ਚਾਹੀਦੀਆਂ ਜਗ੍ਹਾ ਚਾਹੀਦੀ ਹੈ ਮੈਨ ਪਾਵਰ ਚਾਹੀਦੀ ਹੈ ਪਰ ਬਹੁਤ ਸਾਰੇ ਆਈਡੀਆਜ਼ ਇੱਦਾਂ ਦੇ ਹੈ ਜਿਹਦੇ 'ਚ ਜੇ 4-5 ਬੱਚੇ ਇਕੱਠੇ ਹੋ ਜਾਣ ਜਿਨ੍ਹਾਂ ਕੋਲ ਲੈਪਟਾਪ ਹੈ ਆਪਣਾ ਆਈਡੀਆ ਯੂਜ਼ ਕਰਕੇ ਉਹ ਆਪਣੀ ਕੰਪਨੀ ਬਣਾ ਕੇ ਔਰ ਸਕਸੈਸਫੁਲ ਹੋ ਸਕਦੇ ਆ जनहितैषी टीआरपी नहीं खरीदते भरोसा जीतते हैं हम ਸਤਿ ਸ਼੍ਰੀ ਅਕਾਲ ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਦੋਸਤੋ ਲੁਧਿਆਣਾ ਸ਼ਹਿਰ ਕਾਰੋਬਾਰੀ ਸ਼ਹਿਰ ਦੇ ਵਿੱਚ ਇੰਡਸਟਰੀਅਲ ਹੱਬ ਦੇ ਵਿੱਚ ਟੈਕਨੋਲੋਜੀ ਦੇ ਇਸਤੇਮਾਲ ਨੂੰ ਜਾਂ ਟੈਕਨੋਲੋਜੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਸੀਸੂ ਵੱਲੋਂ ਜਿਹੜਾ ਸਟਾਰਟਅਪਸ ਨੂੰ ਲੈ ਕੇ ਇੱਕ ਉਪਰਾਲਾ ਕੀਤਾ ਗਿਆ ਹੈਗਾ ਉਸ ਦੀ ਹਰ ਪਾਸੇ ਹੁਣ ਚਰਚਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਸੀਸੂ ਇੱਕ ਇਹੋ ਜਿਹਾ ਪਲੇਟਫਾਰਮ ਖੜਾ ਕੀਤਾ ਜਿਸ ਤੋਂ ਬਾਅਦ ਲੋਕਾਂ ਨੂੰ ਖਾਸ ਕਰਕੇ ਸਟਾਰਟਅਪਸ ਯੁਵਾ ਪੀੜ੍ਹੀ ਨੂੰ ਬਹੁਤ ਸਾਰੀਆਂ ਉਮੀਦਾਂ ਜਾਂ ਆਪਣੇ ਜਿਹੜੇ ਉਹਨਾਂ ਦੇ ਮਨ ਦੇ ਆਈਡੀਏਸ਼ਨਸ ਸੀ ਉਹ ਜਿਹੜਾ ਹੈਗਾ ਵਾਸਤਵਿਕ ਰੂਪ ਲੈਂਦੇ ਹੋਏ ਨਜ਼ਰ ਆ ਰਹੇ ਨੇ ਇਹੋ ਜਿਹੀਆਂ ਗੱਲਾਂ ਉਹਨਾਂ ਨੂੰ ਸਮਝ ਆਉਣ ਲੱਗ ਪਈਆਂ ਨੇ ਦਿਖਣ ਲੱਗ ਪਈਆਂ ਨੇ ਸੋ ਇਹ ਸਾਰੇ ਮਾਮਲੇ ਵਿੱਚ ਅੱਜ ਅਸੀਂ ਫਿਰ ਇੱਕ ਵਾਰੀ ਰੂਬਰੂ ਹੁਣ ਪਹੁੰਚੇ ਹਾਂ ਉਪਕਾਰ ਸਿੰਘ ਊਜਾ ਜੀ ਨਾਲ ਜਿਨ੍ਹਾਂ ਨੇ ਇਸ ਇਨੀਸ਼ੀਏਟਿਵ ਨੂੰ ਲਿੱਤਾ तो जानने की कोशिश करांगे कि हुण अगे की क्योंकि एक सैमीनार हो गया लोगों के विच उम्मीदां जाग गईयां लोग हुण जिहड़े युवा पीढ़ी सीगी वो हुण सपने देखण लग पे या वो अपने आइडिएशनस नूं पॉजिटिव अगे एक्चुअलिटी करते हुए उहदी इंप्लीमेंटेशन दे बारे सोचण लग पे सो जानते हैं कि हुण सीसू अगला स्टैप की लएगा इस सारे मामले च सत श्री अकाल सर सत श्री अकाल जी सब तो पहला तो बहुत तुहाडा धन्नवाद तुसीं बड़ा एक ਇੰਪੋਰਟੈਂਟ ਜਿਹੜਾ ਟੌਪਿਕ ਹੈ ਉਹ ਟੱਚ ਕੀਤਾ ਤੁਸੀਂ ਦੇਖੋ ਬੈਂਗਲੌਰ ਦੇ ਵਿੱਚ 70,000 ਸਟਾਰਟਅਪ ਹੈ ਔਰ ਆਪਣੇ ਪੰਜਾਬ 'ਚ ਆਪਾਂ ਦੇਖੀਏ ਤਾਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਆ ਔਰ ਜਿਹੜਾ ਹੁਣ ਟਾਈਮ ਹੈ ਉਹ ਸਟਾਰਟਅਪ ਦਾ ਟਾਈਮ ਹੈ ਔਰ ਸਾਨੂੰ ਇਹ ਪੂਰਾ ਇਹਦੇ ਤੇ ਐਫਰਟਸ ਕਰਨੇ ਚਾਹੀਦੇ ਆ ਸਟਾਰਟਅਪ ਨੂੰ ਪ੍ਰਮੋਟ ਕਰਨਾ ਚਾਹੀਦਾ ਔਰ ਸਟਾਰਟਅਪ ਹੀ ਇੰਡਸਟਰੀ ਨੂੰ ਅੱਗੇ ਲਿਜਾ ਸਕਦਾ ਔਰ ਕਿਉਂਕਿ ਜਿਹੜੀ ਸਾਡੀ ਟ੍ਰੈਡੀਸ਼ਨਲ ਇੰਡਸਟਰੀ ਹੈ ਉਹਦੇ 'ਚ ਦਿਨ ਬ ਦਿਨ ਵੈਲਿਊ ਐਡੀਸ਼ਨ ਘੱਟ ਰਹੀ ਹੈ ਉਹਦੀ ਗਰੋਥ ਸਲੋ ਹੋ ਰਹੀ ਹੈ ਔਰ ਜੇ ਨਵੇਂ ਆਈਡੀਆਜ਼ ਆਉਣਗੇ ਕੋਈ ਵੀ ਨਵਾਂ ਆਈਡੀਆ ਹਿੱਟ ਕਰਦਾ ਬਹੁਤ ਸਾਰੀਆਂ ਇੱਦਾਂ ਦੀਆਂ ਐਗਜ਼ਾਮਪਲ ਹੈ ਜਿਹੜੀਆਂ ਸਰਵਿਸਿਜ਼ ਕਦੀ ਇੱਥੇ ਤੁਸੀਂ ਇਹ ਸਵਿਗੀ ਲੈ ਲਓ ਜਾਂ ਤੁਸੀਂ ਓਲਾ ਕੈਬਸ ਲੈ ਲਓ ਇਹ ਸਰਵਿਸਿਜ਼ ਕਦੀ ਐਗਜ਼ਿਸਟ ਨਹੀਂ ਸੀ ਕਰਦੀਆਂ ਅੱਜ ਤੋਂ 5 ਸਾਲ ਪਹਿਲਾਂ ਔਰ ਅੱਜ ਉਹ ਬੂਮਿੰਗ ਬਿਜ਼ਨਸ ਹੈ ਸੋ ਸਟਾਰਟਅਪ ਨੂੰ ਪ੍ਰਮੋਟ ਕਰਨਾ ਚਾਹੀਦਾ ਸੀਸੂ ਨੇ ਲੁਧਿਆਣੇ 'ਚ ਬੜਾ ਵੱਡਾ ਉਪਰਾਲਾ ਕੀਤਾ ਸੀ ਪਿੱਛੇ ਔਰ ਇਹਦਾ ਬੜਾ ਓਵਰਵੇਵਿੰਗ ਰਿਸਪੌਂਸ ਮਿਲਿਆ ਸੀ ਅਸੀਂ ਹੁਣ ਇਹਦਾ ਫੋਲੋ ਅਪ
ਤੁਸੀਂ ਸਮਝੋ ਵੀ ਅਗਸਤ ਐਂਡ ਤੋਂ ਇਹਦਾ ਅਸੀਂ ਫੋਲੋ ਅਪ ਸ਼ੁਰੂ ਕਰਾਂਗੇ ਤਾਂ ਕਿ ਜਿਹੜਾ ਅਸੀਂ ਕੰਮ ਸ਼ੁਰੂ ਕੀਤਾ ਸਾਡਾ ਇਹ ਓਬਜੈਕਟਿਵ ਹੈ ਵੀ ਅਸੀਂ ਕੋਈ 100 ਦੇ ਕਰੀਬ ਸਟਾਰਟਅਪ ਇੱਥੇ ਤਿਆਰ ਕਰੀਏ ਔਰ ਤਾਂ ਕਿ ਜਿਹੜਾ ਜਿੱਦਾਂ ਕਿ ਬੈਂਗਲੌਰ ਨੂੰ ਕਿਹਾ ਜਾਂਦਾ ਵੀ ਇੱਥੇ 70,000 ਸਟਾਰਟਅਪ ਹੈ, ਲੁਧਿਆਣੇ ਦਾ ਨਾਮ ਵੀ ਸਟਾਰਟਅਪ ਦੇ ਵਿੱਚ ਵਰਲਡ ਮੈਪ ਤੇ ਆਉਣਾ ਸ਼ੁਰੂ ਹੋ ਗਿਆ। ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਕਿਹਾ ਕਿ 100 ਦੇ ਕਰੀਬ ਅਸੀਂ ਸਟਾਰਟਅਪ ਪਹਿਲੇ ਸਾਲ 'ਚ ਕੋਸ਼ਿਸ਼ ਕਰਾਂਗੇ, ਉਹਨੂੰ ਐਕਚੁਅਲਿਟੀ ਕਹਿਣਾ ਤੇ ਕਥਨੀ 'ਚ ਕਹਿੰਦੇ ਬਹੁਤ ਫਰਕ ਹੁੰਦਾ। ਐਕਚੁਅਲਿਟੀ ਦੇਣ ਲਈ ਆਪਾਂ ਕੀ ਹੋਮਵਰਕ, ਕੀ ਰੋਡ ਮੈਪ ਤਿਆਰ ਕੀਤਾ? ਦੇਖੋ ਇਹਦਾ ਅਸੀਂ ਇਹਨੂੰ ਐਗਜ਼ੀਕਿਊਟ ਕਰਨ ਲਈ ਸੀਸੂ ਦੀ ਇਹੀ ਸਟਰੈਂਥ ਹੈ ਵੀ ਸਾਡੀ ਜਿੰਨੀ ਪਲੈਨਿੰਗ ਸਟਰੋਂਗ ਹੈ ਐਗਜ਼ੀਕਿਊਸ਼ਨ ਵੀ ਉਨੀ ਸਟਰੋਂਗ ਹੈ। ਅਸੀਂ ਇਹਦੇ ਲਈ ਇੱਕ ਗੈਟ ਟੂਗੇਦਰ ਕਰਨ ਜਾ ਰਹੇ ਹਾਂ, ਉਹਦੇ 'ਚ ਜਿੰਨੇ ਵੀ ਸਟਾਰਟਅਪ ਹੈ ਜਿਹੜੇ ਇੱਕ ਤਾਂ ਅਸੀਂ 5 ਆਈਡੀਆਜ਼ ਜਿਹੜੇ ਸਿਲੈਕਟ ਕੀਤੇ ਸੀ ਉਹਨਾਂ ਨੂੰ ਅਸੀਂ ਹੈਂਡ ਹੋਲਡਿੰਗ ਕਰਾਂਗੇ। ਇਸ ਤੋਂ ਇਲਾਵਾ ਅਸੀਂ ਕਿਹਾ ਸੀ ਕਿ ਅਸੀਂ ਮੈਂਟਰਸ਼ਿਪ ਕਰਾਂਗੇ ਜੇ ਕਿਸੇ ਵੀ ਸਟਾਰਟਅਪ ਨੂੰ ਕੋਈ ਸਲਾਹ ਲੈਣੀ ਹੈ, ਕਿਉਂਕਿ ਸਟਾਰਟਅਪ ਨੂੰ ਇੱਕ ਬੜਾ ਵੱਡਾ ਚੈਲੰਜ ਹੈ, ਉਹਨੂੰ ਓਨੈਸਟ ਐਡਵਾਈਸ ਨਹੀਂ ਮਿਲਦੀ। ਜਿਹਦੇ ਤੋਂ ਵੀ ਐਡਵਾਈਸ ਲੈਣ ਜਾਂਦਾ ਉਹ ਆਪਣਾ ਬੈਨੀਫਿਟ ਦੇਖਦਾ। ਸੀਸੂ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਔਰ ਜਿਹੜੇ ਸਾਡੇ ਜਿੰਨੇ ਵੀ ਸੀਨੀਅਰ ਮੈਂਬਰ ਇੱਥੇ ਆਪਣਾ ਸਮਾਂ ਦਿੰਦੇ ਆ, ਟਾਈਮ ਦਿੰਦੇ ਆ, ਉਹ ਸਮਝ ਲਓ ਵੀ ਆਪਣੀ ਰਿਸਪੌਂਸਿਬਿਲਟੀ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਸਮਝਦੇ ਹੋਏ ਉਹਦੇ ਟਾਈਮ ਦਿੰਦੇ ਆ। ਔਰ ਆਉਣ ਵਾਲੇ ਟਾਈਮ 'ਚ ਅਸੀਂ ਉਹਨਾਂ ਦਾ ਇੱਕ ਤਾਂ ਹੈਂਡ ਹੋਲਡਿੰਗ ਕਰਾਂਗੇ। ਇੱਕ ਅਸੀਂ ਇਹ ਅਨਾਊਂਸ ਕੀਤਾ ਸੀ ਵੀ ਜੇ ਕਿਸੇ ਨੂੰ ਆਫਿਸ ਸਪੇਸ ਚਾਹੀਦੀ ਹੈ ਜਾਂ ਕਿਸੇ ਨੇ ਕੋਈ ਪ੍ਰੋਟੋਟਾਈਪ ਸੈਂਪਲ ਬਣਾਉਣਾ, ਸੋ ਇਹ ਜਿੰਨੀਆਂ ਵੀ ਚੀਜ਼ਾਂ ਸੀ ਉੱਥੇ ਅਨਾਊਂਸ ਕੀਤੀਆਂ ਸੀ ਉਹਨਾਂ ਨੂੰ ਪੂਰਾ ਕਰਨ ਲਈ ਔਰ ਸਟਾਰਟਅਪ ਦਾ ਹੱਥ ਪਕੜਨ ਲਈ। ਔਰ ਅਸੀਂ ਇਹ ਵੀ ਕਿਹਾ ਸੀ ਵੀ ਉਹਦੇ ਹੈਂਡ ਹੋਲਡਿੰਗ ਕਰਾਂਗੇ, ਮਤਲਬ ਉਹਨਾਂ ਦਾ ਹੱਥ ਪਕੜ ਕੇ ਉਹਨਾਂ ਨੂੰ ਅੱਗੇ ਲਿਜਾਵਾਂਗੇ ਅਸੀਂ, ਕਿਉਂਕਿ ਹੁਣ ਬੱਚਿਆਂ ਦੇ ਪੇਪਰ ਵਗੈਰਾ ਚੱਲ ਰਹੇ ਸੀ, ਹੁਣ ਛੁੱਟੀਆਂ, ਤੇ ਅਗਸਤ ਐਂਡ ਦੇ ਵਿੱਚ ਅਸੀਂ ਗੈਟ ਟੂਗੇਦਰ ਕਰਕੇ ਇਸ ਪ੍ਰੋਗਰਾਮ ਨੂੰ ਅੱਗੇ ਲਿਜਾਵਾਂਗੇ ਜੀ। ਸੋ ਕੁੱਲ ਮਿਲਾ ਕੇ ਜਿਵੇਂ ਤੁਸੀਂ ਕਿਹਾ ਸਾਨੂੰ ਜੋ ਫੀਡਬੈਕ ਆਏ ਅਸੀਂ ਤੁਹਾਨੂੰ ਦੱਸੇ। ਇਸ ਤੋਂ ਬਾਅਦ ਜਿਨ੍ਹਾਂ ਨੇ ਬਹੁਤ ਸਾਰੇ ਇਹੋ ਜਿਹੇ ਵੀ ਰਹੇ ਹੋਣੇ ਜਿਨ੍ਹਾਂ ਨੇ ਪਹਿਲਾਂ ਉਦੋਂ ਇਹ ਸੋਚਿਆ ਕਿ ਜਿਵੇਂ ਬਾਕੀ ਹੋਰ ਐਸੋਸੀਏਸ਼ਨਾਂ ਜਾਂ ਹੋਰ ਨਿੱਜੀ ਤੌਰ 'ਤੇ ਇਹੋ ਜਿਹੇ ਸਟਾਰਟਅਪਸ ਮੀਟਿੰਗ ਕੀਤੀਆਂ ਜਾਂਦੀਆਂ ਸੀ, ਸਾਨੂੰ ਯਾਦ ਹੈ ਕਿ ਲੋਕ ਉੱਥੇ ਜਿਹੜੇ ਆਏ ਸੀ ਸਟਾਰਟਅਪਸ, ਉਹਨਾਂ ਨੇ ਕਿਹਾ ਕਿ ਸਾਨੂੰ ਲੱਗਦਾ ਸੀ ਇਹ ਵੀ ਉੱਦਾਂ ਦੀ ਹੋਏਗੀ, ਪਰ ਸੀਸੂ ਨੇ ਬੜਾ ਵਧੀਆ ਉਪਰਾਲਾ ਕੀਤਾ ਕਿ ਉਸ ਤੋਂ ਬਾਅਦ ਵੀ ਲੋਕਾਂ ਨੇ ਸਟਾਰਟਅਪਸ ਨੇ ਤੁਹਾਨੂੰ ਅਪਰੋਚ ਕੀਤਾ, ਹੋਰ ਨਵੇਂ ਨੇ ਜਿਨ੍ਹਾਂ ਨੂੰ ਇਹ ਫੀਡਬੈਕ ਗਿਆ ਕਿ ਸੀਸੂ ਨੇ ਵਾਕਈ ਐਕਚੁਅਲ ਚਮਤਕਾਰ ਕਰਤਾ ਜਾਂ ਕੋਈ ਵਧੀਆ ਉਪਰਾਲਾ ਕਰਤਾ। ਦੇਖੋ ਸਾਨੂੰ ਬੜਾ ਵਧੀਆ ਫੀਡਬੈਕ ਆ ਰਿਹਾ ਔਰ ਸਟੂਡੈਂਟ ਸਾਨੂੰ ਕੰਟੈਕਟ ਕਰ ਰਹੇ ਆ ਇਹਦੇ ਲਈ, ਔਰ ਅਸੀਂ ਇਹਦੇ ਲਈ 1 ਕਰੋੜ ਦਾ ਅਸੀਂ ਇੱਕ ਪੀ ਫੰਡ ਵੀ ਅਸੀਂ ਕਿਹਾ ਸੀ, ਅਨਾਊਂਸ ਕੀਤਾ ਸੀ। ਸਾਰੇ ਅਸੀਂ ਆਫਿਸ ਬੇਰਰ ਕੁਝ ਪੈਸੇ ਇਕੱਠੇ ਕਰਕੇ ਪੀ ਫੰਡ ਬਣਾਵਾਂਗੇ। ਪਰ ਸਾਨੂੰ ਹਲੇ ਕੋਈ ਇੱਥੇ ਜਿਹੜਾ ਸਟਾਰਟਅਪ ਹੈ ਨਾ ਜੀ, ਉਹ ਬੜਾ ਹਲੇ ਆਈਡੀਆ ਸਟੇਜ 'ਤੇ ਹੈ ਜੀ। ਔਰ ਬਹੁਤ ਸਾਰੇ ਜਿੱਦਾਂ ਕਿ ਇਹਦੇ 'ਚ ਜਿੰਨੇ ਵੀ ਐਜੂਕੇਸ਼ਨ ਇੰਸਟੀਚਿਊਟ ਹੈ ਜਿਹੜੇ MBA ਕਰਾਉਂਦੇ ਆ, ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਹੈ, ਕਿਉਂਕਿ ਜਿਹੜੇ ਵੀ ਸਟਾਰਟਅਪ ਵਿੱਚ ਬੱਚੇ ਜਾਣਗੇ ਨਾ, ਮੈਂ ਸਮਝਦਾ ਵੀ 80% ਬੱਚੇ ਜਿਹੜੇ ਗ੍ਰੈਜੂਏਸ਼ਨ ਕਰ ਚੁੱਕੇ ਆ ਜਾਂ ਜਿਹੜੇ MBA ਦੇ ਸਟੂਡੈਂਟਸ ਹੈ ਉਹੀ ਸਟਾਰਟਅਪ ਵਿੱਚ ਜਾਣਗੇ, ਕਿਉਂਕਿ ਉਹ ਇੱਕ ਥੋੜ੍ਹੀ ਜਿਹੀ ਮੈਚਿਓਰਿਟੀ ਲੈਵਲ ਆ ਜਾਂਦਾ। ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਹੈਂਡ ਹੋਲਡਿੰਗ ਕਰਕੇ ਜਿਹੜਾ ਸਾਡੇ ਦਾ ਦੇਖੋ ਜੀ ਰਿਟਨ ਗੋਲ ਹੁੰਦੇ ਆ, ਅਸੀਂ 100 ਦਾ ਗੋਲ ਰਿਹਾ, ਅਸੀਂ ਕੋਸ਼ਿਸ਼ ਕਰਾਂਗੇ ਵੀ 100 ਦਾ ਗੋਲ ਜਲਦੀ ਤੋਂ ਜਲਦੀ ਪੂਰਾ ਕਰੀਏ। 100 ਸਟਾਰਟਅਪ ਅਸੀਂ ਖੜਾ ਕਰਕੇ ਦਿਖਾਈਏ। ਹੋਰ ਜਿਹੜਾ ਕੁਐਸਚਨ ਆ ਰਿਹਾ ਜਿਹੜਾ ਪਬਲਿਕ ਵੱਲੋਂ ਜਾਂ ਸਟਾਰਟਅਪਸ ਵੱਲੋਂ, ਸਟਾਰਟਅਪ ਦੇ ਵਿੱਚ ਆਪਾਂ ਬੇਸਿਕਲੀ ਜਿਹੜਾ ਬੈਂਗਲੌਰ ਜਾਂ ਉੱਧਰਲੇ ਪਾਸੇ ਸਟਾਰਟਅਪਸ ਹੈ ਉਹਦੇ ਵਿੱਚ ਮੈਕਸਿਮਮ ਸਟਾਰਟਅਪ IT ਬੇਸਡ ਹੁੰਦੇ ਆ, ਕਿ ਸਾਡੇ ਵੀ ਜਿਹੜੇ ਸਟਾਰਟਅਪਸ ਨੂੰ ਅਸੀਂ ਜਿਹੜੇ ਫੰਡਿੰਗ ਕਰਾਂਗੇ ਜਾਂ ਜਿਨ੍ਹਾਂ ਦੀ ਹੈਂਡ ਹੋਲਡਿੰਗ ਕਰਾਂਗੇ ਉਹ IT ਬੇਸ ਵਾਲਿਆਂ ਨੂੰ ਕਰਾਂਗੇ ਜਾਂ ਦੂਸਰੇ ਵੀ ਕਰਾਂਗੇ? ਦੇਖੋ ਅਸੀਂ ਸਾਰੇ ਆਈਡੀਆਜ਼, ਕੋਈ ਆਈਡੀਆ ਹੋਵੇ ਜਿਹੜਾ ਸਕੇਲੇਬਲ ਹੋਵੇ, ਜਿਹਦੇ ਨਾਲ ਕਮਿਊਨਿਟੀ ਨੂੰ ਫਾਇਦਾ ਹੋਵੇ, ਜਿਹਦੇ ਨਾਲ ਇੰਡਸਟਰੀ ਨੂੰ ਫਾਇਦਾ ਹੋਵੇ, ਕੋਈ ਵੀ ਹੈ, ਚਾਹੇ ਉਹ ਮਕੈਨੀਕਲ ਇੰਜੀਨੀਅਰਿੰਗ ਦਾ ਸਟਾਰਟਅਪ ਹੈ, ਚਾਹੇ ਉਹ IT ਦਾ ਸਟਾਰਟਅਪ ਹੈ, ਹਰ ਸਟਾਰਟਅਪ ਨੂੰ ਅਸੀਂ ਉਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਸੋ ਕੁੱਲ ਮਿਲਾ ਕੇ ਹਰ ਸਟਾਰਟਅਪ ਨੂੰ ਇੱਕ ਮੌਕਾ ਦਿੱਤਾ ਜਾਏਗਾ, ਫਿਰ ਉਹ IT ਨਾਲ ਹੈ ਜਾਂ ਨਹੀਂ ਹੈ ਉਹ ਬਾਅਦ ਦੀ ਗੱਲ ਹੈਗੀ ਹੈ। ਦੂਸਰੀ ਚੀਜ਼ ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ IT ਜਿਹੜੀ ਕਿ ਅੱਜ ਬਹੁਤ ਇੰਪੋਰਟੈਂਟ ਹੋ ਗਈ ਹੈ, IT ਦੇ ਬਿਨਾਂ ਅਸੀਂ ਜੀਵਨ ਨੂੰ ਹੁਣ ਕਿਤੇ ਨਾ ਕਿਤੇ ਆਪਾਂ ਸੋਚ ਸਕਦੇ। ਕਿਸੇ ਟਾਈਮ 'ਤੇ ਸਾਨੂੰ ਕੰਪਿਊਟਰ ਬੜੀ ਵੱਡੀ ਗੱਲ ਹੁੰਦੀ ਸੀ, ਪਰ ਅੱਜ ਇਹੋ ਜਿਹੇ ਹਾਲਾਤ ਹੋ ਗਏ ਕਿ ਬਿਨਾਂ ਮੋਬਾਈਲ ਫੋਨ ਦੇ ਅਸੀਂ ਜ਼ਿੰਦਗੀ ਨੂੰ ਮਤਲਬ ਇਮੈਜਿਨ ਵੀ ਨਹੀਂ ਕਰ ਪਾ ਸਕਦੇ, ਕਿਉਂਕਿ ਇੱਕ ਮੋਬਾਈਲ ਹੀ ਸਾਡੇ ਕੰਪਿਊਟਰ ਹੋ ਗਏ। ਸੋ IT ਤੇ ਇੰਡਸਟਰੀ ਜੇ ਕੋਲੈਬੋਰੇਟ ਹੋ ਜਾਂਦੀ ਹੈ ਲੁਧਿਆਣੇ 'ਚ, ਜੋ ਤੁਹਾਡੇ ਇਨੀਸ਼ੀਏਟਿਵ ਹੈ, ਤੇ ਤੁਹਾਡੇ ਹਿਸਾਬ ਨਾਲ ਲੁਧਿਆਣੇ ਦੀ ਗਰੋਥ ਕਿੱਦਾਂ ਦੀ ਹੋਏਗੀ? ਜੇ ਤੁਸੀਂ ਦੇਖੋ, ਤੁਸੀਂ US ਦੀ ਐਗਜ਼ਾਮਪਲ ਲਓ, ਤੁਸੀਂ ਯੂਰਪ ਦੀ ਐਗਜ਼ਾਮਪਲ ਲਓ, ਅਸੀਂ ਉੱਥੇ ਟਰੈਵਲ ਕਰੀਦਾ
ਉੱਥੇ ਆਈਟੀ ਦਾ ਯੂਜ਼ੇਜ ਬਹੁਤ ਜ਼ਿਆਦਾ ਹੈ ਔਰ ਕਿਉਂਕਿ ਉੱਥੇ ਮੈਨ ਪਾਵਰ ਕਾਸਟ ਜ਼ਿਆਦਾ ਹੈ। ਉੱਥੇ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਐਗਜ਼ੀਬਿਸ਼ਨ 'ਚ ਹੀ ਐਂਟਰ ਕਰਨਾ ਤਾਂ ਤੁਹਾਨੂੰ ਐਂਟਰੀ 'ਤੇ ਕੋਈ ਬੰਦਾ ਨਹੀਂ ਮਿਲੇਗਾ, ਉਹਨਾਂ ਨੇ ਕਾਰਡ ਪਹਿਲਾਂ ਹੀ ਦੇ ਦੇਣਾ, ਕਾਰਡ 'ਤੇ ਐਂਟਰੀ ਕਰੋ ਅੰਦਰ ਜਾਓ। ਇੱਦਾਂ ਹੀ ਜਿਹੜੀਆਂ ਮੋਸਟਲੀ ਫੈਕਟਰੀਜ਼ ਹੈ ਉਹਦੇ 'ਚ ਸੈਲਰੀ ਕੈਲਕੂਲੇਟ ਕਰਨ ਲਈ ਵੀ ਕੋਈ ਉਹਨਾਂ ਨੇ EMPLOYE ਨਹੀਂ ਰੱਖਿਆ ਹੁੰਦਾ, ਉਹ ਕਾਰਡ ਪੰਜ ਹੁੰਦਾ ਹੈ। ਉਹਨਾਂ ਦੇ ਸੌਫਟਵੇਅਰ ਇੰਨੇ ਉਹਨਾਂ ਨੇ ਸਟਰੋਂਗ ਬਣਾਏ ਆ ਵੀ ਉਹਦੀ ਸੈਲਰੀ ਆਟੋਮੈਟਿਕ ਕੈਲਕੂਲੇਟ ਹੋ ਕੇ ਅਕਾਊਂਟਸ ਡਿਪਾਰਟਮੈਂਟ ਨੂੰ ਚਲੀ ਜਾਂਦੀ ਹੈ, ਜਦ ਕਿ ਇੱਥੇ ਹਲੇ ਉਹ ਕਲਚਰ ਨਹੀਂ ਆਇਆ। ਅਸੀਂ ਮੈਂ ਸਮਝਦਾ ਵੀ ਜੇ ਯੂਰਪ ਦੇ ਮੁਕਾਬਲੇ ਜਾਂ US ਦੇ ਮੁਕਾਬਲੇ ਦੇਖਿਆ ਜਾਏ ਅਸੀਂ 10% ਆਈਟੀ ਇੰਡਸਟਰੀ ਯੂਜ਼ ਕਰ ਰਹੇ ਹਾਂ ਔਰ ਇਹਦੇ ਨਾਲ ਬੜੀ ਜ਼ਿਆਦਾ ਕੁਆਲਿਟੀ ਇੰਪਰੂਵਮੈਂਟ ਹੋ ਸਕਦੀ ਹੈ, ਪ੍ਰੋਡਕਟਿਵਿਟੀ ਵੱਧ ਸਕਦੀ ਹੈ, ਮੈਨ ਪਾਵਰ ਕਾਸਟ ਘੱਟ ਸਕਦੀ ਹੈ। ਸਟਾਰਟਿੰਗ ਲੈਵਲ ਤੇ ਸਾਨੂੰ ਕਿੱਦਾਂ ਦੇ ਸਟਾਰਟਅਪਸ ਜਾਂ ਆਈਟੀ ਦੀ ਚੀਜ਼ਾਂ ਬਣਾਉਣੀਆਂ ਚਾਹੀਦੀਆਂ, ਕਿਉਂਕਿ ਦੇਖੋ ਸਿੱਧੀ 10ਵੀਂ ਪੌੜੀ ਤਾਂ ਨਹੀਂ ਚੜ੍ਹੀ ਜਾ ਸਕਦੀ, ਪਰ ਸਟਾਰਟਿੰਗ ਲੈਵਲ ਤੇ ਤੁਹਾਡੀ ਸਮਝ ਦੇ ਸਾਹਮਣੇ, ਕਿਉਂਕਿ ਤੁਸੀਂ ਇੱਕ ਵੱਡੇ ਇੰਡਸਟਰੀਅਲਿਸਟ ਵੀ ਹੈਗੇ ਹੋ, ਕਿੱਦਾਂ ਦੀਆਂ ਚੀਜ਼ਾਂ ਬੇਸਿਕ ਚਾਹੀਦੀਆਂ ਤਾਂ ਕਿ ਉਸ ਤੋਂ ਬਾਅਦ ਫਿਰ ਸਾਨੂੰ ਅਸੀਂ ਯੂਜ਼ ਟੂ ਵੀ ਹੋ ਜੀ ਆਈਟੀ। ਦੇਖੋ ਇਹਦੇ ਵਿੱਚ ਜਿਹੜੇ ਛੋਟੇ ਛੋਟੇ ਬਹੁਤ ਸਾਰੇ ਐਪਸ ਬਣ ਸਕਦੀਆਂ। ਡਿਜੀਟਲ ਮਾਰਕੀਟਿੰਗ ਬੜਾ ਵੱਡਾ ਪਲੇਟਫਾਰਮ ਹੈ। ਅੱਜ ਵੀ ਕੋਈ ਸਟਾਰਟਅਪਸ ਨੂੰ ਦੇਖੋ, ਸਟਾਰਟਅਪ ਲਈ ਕੀ ਚਾਹੀਦਾ, ਸਿਰਫ ਬ੍ਰੇਨ ਚਾਹੀਦਾ ਔਰ ਇੱਕ ਲੈਪਟਾਪ ਚਾਹੀਦਾ। ਜੇ ਕੋਈ ਅਸੀਂ ਇੰਡਸਟਰੀ ਲਾਣੀ ਹੈ, ਕੋਈ ਪ੍ਰੋਡਕਸ਼ਨ ਕਰਨੀ ਹੈ, ਉਹਦੇ ਲਈ ਤੁਹਾਨੂੰ ਮਸ਼ੀਨਾਂ ਚਾਹੀਦੀਆਂ, ਜਗ੍ਹਾ ਚਾਹੀਦੀ ਹੈ, ਮੈਨ ਪਾਵਰ ਚਾਹੀਦੀ ਹੈ। ਪਰ ਬਹੁਤ ਸਾਰੇ ਆਈਡੀਆਜ਼ ਇੱਦਾਂ ਦੇ ਹੈ ਜਿਹਦੇ 'ਚ ਜੇ 4-5 ਬੱਚੇ ਇਕੱਠੇ ਹੋ ਜਾਣ ਜਿਨ੍ਹਾਂ ਕੋਲ ਲੈਪਟਾਪ ਹੈ, ਆਪਣਾ ਆਈਡੀਆ ਯੂਜ਼ ਕਰਕੇ ਉਹ ਆਪਣੀ ਕੰਪਨੀ ਬਣਾ ਕੇ ਔਰ ਸਕਸੈਸਫੁਲ ਹੋ ਸਕਦੇ ਆ। ਔਰ ਆਈਟੀ ਦੇ ਵਿੱਚ ਬੜੀ ਜ਼ਿਆਦਾ ਜ਼ਰੂਰਤ ਹੈ। ਈਵਨ ਮੈਂ ਉਸ ਦਿਨ ਉੱਥੇ ਬਹੁਤ ਸਾਰੇ ਆਪਣੇ ਆਈਡੀਆ ਸ਼ੇਅਰ ਕੀਤੇ ਸੀ ਬੱਚਿਆਂ ਨਾਲ ਵੀ ਤੁਸੀਂ ਇਹ ਆਈਡੀਆ ਐਕਸਪਲੋਰ ਕਰੋ। ਉਹਦੇ 'ਚ ਇੱਕ ਆਈਡੀਆ ਵੀ ਸੀ ਵੀ ਪਲਾਂਟਸ ਦੀ ਸਰਵੇਲੈਂਸ ਹੈ, ਸਾਡੇ ਕੋਲ ਕੈਮਰੇ ਲੱਗੇ ਆ ਪਰ ਉਹਨਾਂ ਨੂੰ ਅਸੀਂ ਜਦੋਂ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਯੂਜ਼ ਨਹੀਂ ਕਰ ਸਕਦੇ। ਜੇ ਕੋਈ ਕੰਪਨੀ ਬਣਾ ਲੈਣ ਸਾਡੇ ਪਲਾਂਟਸ ਦੀ ਸਰਵੇਲੈਂਸ ਕਰਨ, ਜੇ ਕੋਈ ਨੌਨ ਕਨਫਰਮੇਟੀ ਹੈ ਤਾਂ ਸਾਨੂੰ WhatsApp ਕਰਨ ਜਾਂ ਮਾਲਕ ਨੂੰ ਇਨਫੋਰਮ ਕਰਨ। ਇਸ ਤੋਂ ਇਲਾਵਾ ਡਿਜੀਟਲ ਮਾਰਕੀਟਿੰਗ ਦਾ ਬੜਾ ਵੱਡਾ ਸਕੋਪ ਹੈ। ਡਿਜੀਟਲ ਮਾਰਕੀਟਿੰਗ ਵੀ ਪੰਜਾਬ ਦੇ ਵਿੱਚ ਕੋਈ ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਅਸੀਂ ਅਡਾਪਟ ਨਹੀਂ ਕਰ ਪਾ ਰਹੇ, ਚੰਗੀਆਂ ਕੰਪਨੀਆਂ ਇੱਥੇ ਅਵੇਲੇਬਲ ਨਹੀਂ। ਇੱਦਾਂ ਹੀ ਐਪਸ ਹੈਗੀਆਂ, ਛੋਟੀਆਂ ਛੋਟੀਆਂ ਐਪਸ ਕਾਫੀ ਪਾਪੂਲਰ ਹੋ ਸਕਦੀਆਂ ਜੇ ਕੋਈ ਯੰਗਸਟਰਸ ਐਪ ਬਣਾਉਣ, ਜਿੱਦਾਂ ਕਿ ਸਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ। ਫਿਲਹਾਲ ਮੀਟਿੰਗ ਕਰਨ ਜਾ ਰਹੇ ਹਾਂ, ਸੈਮੀਨਾਰ ਇਹ ਕਦੋਂ ਤੱਕ ਹੋਏਗੀ? ਅਗਸਤ? ਮੈਂ ਸਮਝਦਾ ਅਗਸਤ ਦੇ ਐਂਡ 'ਚ, ਕਿਉਂਕਿ ਬੱਚਿਆਂ ਦੇ ਪੇਪਰ ਚੱਲ ਰਹੇ ਸੀ, ਹੁਣ ਛੁੱਟੀਆਂ, ਤਾਂ ਅਗਸਤ ਐਂਡ ਦੇ ਵਿੱਚ ਜਾਂ ਸਤੰਬਰ ਜਦੋਂ ਸੈਸ਼ਨ ਸ਼ੁਰੂ ਹੋ ਜਾਏਗਾ ਉਸ ਤੋਂ ਪਹਿਲਾਂ ਅਸੀਂ ਇੱਕ ਪ੍ਰੋਗਰਾਮ ਕਰਕੇ ਔਰ ਰੈਗੂਲਰ ਅਸੀਂ ਹਰ 2-3 ਮਹੀਨੇ ਬਾਅਦ ਇੱਕ ਗੈਟ ਟੂਗੈਦਰ ਕਰਕੇ ਨੀਡ ਬੇਸ, ਜਿੱਦਾਂ ਵੀ ਬੱਚਿਆਂ ਨੂੰ ਜਿਹੜੀ ਉਹਨਾਂ ਦੇ ਕੋਈ ਕੁਐਸਚਨਸ ਹੈ ਜਾਂ ਜੋ ਅਸੀਂ ਕਮਿਟ ਕੀਤਾ ਸੀ ਉਹਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਸਰ, ਥੈਂਕ ਯੂ ਸਰ। ਸੋ ਦੋਸਤੋ, ਇਹ ਸੀਗੇ ਉਪਕਾਰ ਸਿੰਘ ਊਜਾ ਜੀ, ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਅਗਲਾ ਰੋਡ ਮੈਪ ਵੀ ਤਿਆਰ ਹੈ। ਸੋ ਸਟਾਰਟਅਪਸ ਤੁਹਾਡੇ ਲਈ ਬਹੁਤ ਅੱਛੀ ਓਪਰਚੁਨਿਟੀ ਹੈਗੀ ਹੈ। ਸੀਸੂ ਵਰਗੀ ਨਾਨ ਪ੍ਰੋਫਿਟ ਜੇ ਆਰਗੇਨਾਈਜੇਸ਼ਨ ਇਹੋ ਜਿਹੀ ਚੀਜ਼ਾਂ ਨੂੰ ਕਰ ਰਹੀ ਹੈ ਔਰ ਐਗਜ਼ਾਮਪਲ ਅਸੀਂ ਦੇਖ ਚੁੱਕੇ ਹਾਂ, 1 ਕਰੋੜ ਦੀ ਸੀਡ ਫੰਡਿੰਗ ਵੀ ਰੱਖੀ ਗਈ ਹੈ ਔਰ ਉਪਰਾਲੇ ਬੜੇ ਚੰਗੇ ਕੀਤੇ ਜਾ ਰਹੇ ਹੈ। ਸੋ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਲੱਗਦਾ ਹੈ ਕਿ ਉਪਕਾਰ ਊਜਾ ਜੀ ਉਹਨਾਂ ਦੇ ਜਿਹੜੇ ਹੈਗੇ ਜਿਹੜੇ ਇਹਨਾਂ ਨੇ ਇੱਕ ਇਨੀਸ਼ੀਏਟਿਵਸ ਲਿੱਤੇ ਹੈ ਕਿ ਬੰਗਲੌਰ ਦੇ ਵਿੱਚ ਜੇ 70,000 ਸਟਾਰਟਅਪਸ ਹੈਗੇ ਹੈ ਤੇ ਲੁਧਿਆਣੇ 'ਚ ਕਿਉਂ ਨਹੀਂ। ਸੋ ਇਹਦਾ ਸਵਾਲ ਦਾ ਆਨਸਰ ਵੀ ਮਿਲ ਜਾਏਗਾ ਔਰ ਸਾਨੂੰ ਸਟਾਰਟਅਪਸ ਦੇ ਵਿੱਚ ਲੁਧਿਆਣੇ ਦਾ ਨਾਮ ਵੀ ਇੱਕ ਦਿਨ ਸਟਾਰਟਅਪਸ ਦੇ ਵਿੱਚ शुमार होएगा। देखते रहो, बने रहो जानहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।